ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਨਾਨਕ ਸਾਹਿਬ ਦੇ ਰੱਬੀ ਉਪਦੇਸ਼ਾਂ ਨਾਲ ਜੁੜ ਕੇ ਮਨੁੱਖ ਦਾ ਜੀਵਨ ਬੇਹੱਦ ਪਵਿੱਤਰ ਹੋ ਜਾਂਦਾ ਹੈ ਅਤੇ ਐਸਾ ਮਨੁੱਖ ਦੁਨੀਆ ਵਾਸਤੇ ਚਾਨਣ ਮੁਨਾਰੇ ਦੀ ਤਰ੍ਹਾਂ ਸੇਧ ਲੈਣ ਦਾ ਕਾਰਨ ਬਣ ਜਾਂਦਾ ਹੈ। ਐਸੇ ਹੀ ਇੱਕ ਪਵਿੱਤਰ ਹੋਏ ਜੀਵਨ ਦੀ ਗੱਲ ਕਰਦਿਆਂ ਭਾਈ ਮੰਝ ਜੀ ਦਾ ਨਾਮ ਚੇਤੇ ਆਉਣਾ ਸੁਭਾਵਿਕ ਹੈ। ਭਾਈ ਮੰਝ ਜੀ, ਜਿਨ੍ਹਾਂ ਦਾ ਪਹਿਲਾ ਨਾਮ ਤੀਰਥਾ ਸੀ, ਪਿੰਡ ਕੰਗਮਾਈ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੀ। ਇਸ ਇਲਾਕੇ ਦੇ ਰਾਜਪੂਤਾਂ ਦੀ ਇੱਕ ਗੋਤ ਦਾ ਨਾਮ ਮੰਝ ਹੈ। ਸੋ ਭਾਈ ਤੀਰਥਾ ਉਸ ਗੋਤ ਦੇ ਹੋਣ ਕਾਰਨ ਇਹਨਾਂ ਦਾ ਨਾਮ ਭਾਈ ਮੰਝ ਹੀ ਜ਼ਿਆਦਾ ਪ੍ਰਚਲਿਤ ਹੋ ਗਿਆ ਸੀ। ਇਹ ਸਖੀ ਸਰਵਰ ਦੇ ਪੁਜਾਰੀ ਸਨ। ਇਹਨਾਂ ਨੇ ਆਪਣੇ ਘਰ ਇੱਕ ਪੀਰਖਾਨਾ ਜਾਂ ਕਹਿ ਲਓ ਕਬਰ ਬਣਾਇਆ ਹੋਇਆ ਸੀ, ਜਿੱਥੇ ਹਰ ਵੀਰਵਾਰ ਨੇਮ ਨਾਲ ਮਿੱਠਾ ਰੋਟ ਚੜਾਉਂਦੇ ਸਨ। ਇਹਨਾਂ ਸਖੀ ਸਰਵਰੀਆਂ ਦੀ ਲਹਿਰ ਨੂੰ ਚਲਾਉਣ ਵਾਲੇ ਬਾਨੀ ਸੈਯਦ ਅਹਿਮਦ ਨੂੰ ਸੁਲਤਾਨ ਕਿਹਾ ਜਾਂਦਾ ਸੀ। ਉਹਨਾਂ ਦੇ ਜਗ੍ਹਾ ਜਗ੍ਹਾ 'ਤੇ ਪੀਰਖਾਨੇ ਬਣੇ ਹੋਏ ਸਨ ਅਤੇ ਵੀਰਵਾਰ ਨੂੰ ਸੁਲਤਾਨੀਆਂ ਇਕੱਠੇ ਹੋ ਕੇ ਪੀਰਖਾਨੇ ਵਿੱਚ ਰੋਟ ਦੀ ਭੇਟਾ, ਜੋ ਕਿ ਜ਼ਮੀਨ ਤਪਾ ਕੇ ਗੁੜ ਨਾਲ ਚੋਪੜ ਕੇ ਪੀਰ ਅੱਗੇ ਰੱਖਦੇ ਸੀ। ਪੰਜਾਬ ਵਿੱਚ ਲੋਕਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਲਈ ਬਹੁਤਾ ਹੱਥ ਇਹਨਾਂ ਸਖੀ ਸਰਵਰਾਂ ਦਾ ਹੀ ਸੀ। ਪੰਜਾਬ ਦੀ ਬਹੁਤੀ ਜੱਟ ਵਸੋਂ, ਜੋ ਦੇਖਣ ਨੂੰ ਹਿੰਦੂ ਸੀ ਪਰ ਜ਼ਿਆਦਾਤਰ ਸਖੀ ਸਰਵਰਾਂ ਦੇ ਪ੍ਰਭਾਵ ਹੇਠ ਆ ਚੁੱਕੀ ਸੀ ਤੇ ਉਹਨਾਂ ਵੱਲੋਂ ਕਬਰਾਂ 'ਤੇ ਜਾ ਕੇ ਮੱਥੇ ਟੇਕਣਾ ਤੇ ਮੰਨਤਾਂ ਮੰਗਣ ਦਾ ਪ੍ਰਚਲਨ ਹੋ ਗਿਆ ਸੀ। ਸੁਲਤਾਨ ਦੀ ਮ੍ਰਿਤਿੂ 1291 ਈਸਵੀ ਨੂੰ ਹੋਈ ਸੀ। ਉਸ ਦੀ ਕਬਰ ਡੇਰਾ ਗਾਜ਼ੀ ਖਾਂ ਤੋਂ 22 ਮੀਲ ਪੱਛਮ ਵੱਲ ਨਿਗਾਹੇ ਬਣੀ ਸੀ। ਸੁਲਤਾਨੀਏ ਦਰਸ਼ਨ ਲਈ ਨਿਗਾਹੇ ਜਾਂਦੇ ਸਨ। ਭਾਈ ਤੀਰਥਾ ਇਹਨਾਂ ਦਾ ਆਗੂ ਸੀ, ਜੋ ਸਾਲ ਵਿੱਚ ਕਈ ਵਾਰੀ ਵੱਡੇ ਵੱਡੇ ਜਥੇ ਲੈ ਕੇ ਨਿਗਾਹੇ ਜਾਂਦਾ ਸੀ। ਸੰਨ 1585 ਦੀ ਗੱਲ ਹੈ ਕਿ ਭਾਈ ਤੀਰਥਾ ਜਥੇ ਸਮੇਤ ਨਿਗਾਹੇ ਤੋਂ ਆਪਣੇ ਪਿੰਡ ਵਾਪਸ ਜਾਂਦਿਆਂ ਅੰਮ੍ਰਿਤਸਰ ਠਹਿਰੇ ਸੀ। ਉਦੋਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ 'ਤੇ ਉਹਨਾਂ ਦੀ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਸਨ। ਉਸ ਸਮੇਂ ਭਾਈ ਤੀਰਥਾ ਨੇ ਸੰਗਤਾਂ ਨੂੰ ਬੜੇ ਚਾਅ ਮਲਹਾਰ ਨਾਲ ਕਾਰ ਸੇਵਾ ਕਰਦਿਆਂ ਤੇ ਮਿੱਠੀ ਆਵਾਜ਼ ਵਿੱਚ ਬਾਣੀ ਪੜ੍ਹਦਿਆਂ ਵੇਖਿਆ। ਦੂਸਰੇ ਪਾਸੇ ਗੁਰੂ ਕਾ ਲੰਗਰ ਤਿਆਰ ਹੋ ਰਿਹਾ ਸੀ। ਉੱਥੇ ਵੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ। ਸੰਗਤਾਂ ਦੀ ਸ਼ਰਧਾ ਤੇ ਚਾਅ ਨੂੰ ਵੇਖ ਕੇ ਇਹਨਾਂ ਦੇ ਮਨ ਅੰਦਰ ਵੀ ਪ੍ਰੇਮ ਦੀ ਖਿੱਚ ਪਈ। ਸ਼ਾਮ ਦਾ ਦੀਵਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਸਜਿਆ। ਰਬਾਬੀਆਂ ਨੇ ਕੀਰਤਨ ਗਾਇਨ ਕੀਤਾ। ਗੁਰਬਾਣੀ ਵਿਚਾਰ ਹੋਈ, ਜਿਸ ਦਾ ਭਾਈ ਤੀਰਥਾ ਉੱਤੇ ਬੜਾ ਗਹਿਰਾ ਅਸਰ ਹੋਇਆ। ਦੀਵਾਨ ਦੀ ਸਮਾਪਤੀ ਉਪਰੰਤ ਕੁਝ ਸੰਗਤਾਂ ਜੋ ਪਹਿਲੀ ਵਾਰੀ ਆਈਆਂ ਸਨ, ਗੁਰੂ ਸਾਹਿਬ ਨਾਲ ਬਚਨ ਬਿਲਾਸ ਲਈ ਬੈਠ ਗਈਆਂ। ਭਾਈ ਤੀਰਥਾ ਵੀ ਉੱਥੇ ਬੈਠ ਗਏ ਅਤੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਗੁਰੂ ਸਾਹਿਬ ਜੀ ਨੇ ਪੁੱਛਿਆ, ਤੁਸੀਂ ਕੌਣ ਹੋ, ਕੀ ਕਰਦੇ ਹੋ? ਭਾਈ ਜੀ ਨੇ ਕਿਹਾ, ਮੇਰਾ ਨਾਮ ਤੀਰਥਾ ਹੈ, ਮੇਰਾ ਪਿੰਡ ਕੰਗਮਾਈ ਹੈ। ਮੈਂ ਸਖੀ ਸਰਵਰੀਆਂ ਦਾ ਆਗੂ ਹਾਂ। ਹਰ ਵੀਰਵਾਰ ਮੇਰੇ ਘਰ ਬਣੇ ਹੋਏ ਪੀਰਖਾਨੇ 'ਤੇ ਮੇਰੇ ਚੇਲੇ ਆਉਂਦੇ ਹਨ, ਮੰਨਤਾਂ ਮੰਗਦੇ ਹਨ ਤੇ ਮੈਂ ਬਾਬੇ ਨਿਗਾਹੇ ਦੀ ਸਿੱਖਿਆ ਦਿੰਦਾ ਹਾਂ। ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਭਾਈ, ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਜੇ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਨਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਪਰਮਾਤਮਾ ਉੱਤੇ ਅਟੱਲ ਵਿਸ਼ਵਾਸ ਲਿਆਉਣਾ ਪਵੇਗਾ। ਕਿਸੇ ਗੌਰ, ਮੜੀ ਤੇ ਪੀਰਖਾਨੇ ਨੂੰ ਨਹੀਂ ਮੰਨਣਾ। ਤੈਨੂੰ ਆਪਣਾ ਜੀਵਨ ਢੰਗ ਬਦਲਣਾ ਪਵੇਗਾ। ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਜੋ ਸਿੱਖੀ ਦਾ ਮੂਲ ਹੈ, ਉਹ ਵੀ ਅਪਣਾਉਣਾ ਪਵੇਗਾ। ਭਾਈ ਤੀਰਥਾ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਘਰ ਆ ਗਏ ਤੇ ਆਉਂਦਿਆਂ ਹੀ ਪੀਰ ਦੀ ਕਬਰ ਢਾਹ ਦਿੱਤੀ ਅਤੇ ਸਰਵਰੀਆਂ ਦੇ ਸਾਰੇ ਕਰਮ ਤਿਆਗ ਦਿੱਤੇ ਅਤੇ ਐਲਾਨ ਕਰ ਦਿੱਤਾ ਕਿ ਮੈਂ ਹੁਣ ਸਖੀ ਸਰਵਰ ਦਾ ਪੁਜਾਰੀ ਨਹੀਂ ਹਾਂ। ਮੈਂ ਸ੍ਰੀ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ ਹਾਂ। ਹੁਣ ਮੈਂ ਧਰਮ ਦੀ ਕਿਰਤ ਕਰਾਂਗਾ, ਕੇਵਲ ਇੱਕ ਅਕਾਲ ਪੁਰਖ ਦਾ ਨਾਮ ਜਪਾਂਗਾ ਤੇ ਵੰਡ ਕੇ ਛਕਾਂਗਾ। ਜੋ ਵੀ ਮੇਰੇ ਕੋਲ ਤੁਹਾਡਾ ਧਨ ਮਾਲ ਚੜਾਵਾ ਹੈ, ਉਸ ਨੂੰ ਲੈ ਜਾਓ।
ਹੁਣ ਮੈਨੂੰ ਐਸੇ ਧਨ ਅਤੇ ਝੂਠੀ ਚੌਧਰ ਦੀ ਲੋੜ ਨਹੀਂ ਹੈ। ਹੁਣ ਉਹੀ ਸਾਰੇ ਲੋਕੀ ਉਸ ਦੇ ਦੁਸ਼ਮਣ ਬਣ ਗਏ। ਉਸਨੇ ਹਲ ਵਾਹੁਣਾ ਸ਼ੁਰੂ ਕਰ ਦਿੱਤਾ, ਪਰ ਸੁਭਾਅ ਵਿੱਚ ਮਿਹਨਤ ਨਾ ਹੋਣ ਕਰਕੇ ਸਫਲ ਨਹੀਂ ਹੋ ਸਕਿਆ, ਜਿਸ ਨਾਲ ਘਰ ਵਿੱਚ ਅੱਤ ਦੀ ਗਰੀਬੀ ਆ ਗਈ। ਜਿਵੇਂ ਕਿ ਸਰਵਰੀ ਸਾਥੀਆਂ ਸੰਗਤਾਂ ਦਾ ਇਹ ਵਿਚਾਰ ਸੀ ਕਿ ਪੀਰਖਾਨਾ ਢਾਉਣ ਨਾਲ ਤੇਰੇ ਤੇ ਮੁਸੀਬਤਾਂ ਆਉਣਗੀਆਂ ਤੇ ਦਿਨ ਬ ਦਿਨ ਆਰਥਿਕ ਪਰੇਸ਼ਾਨੀਆਂ ਵੱਧ ਗਈਆਂ ਅਤੇ ਸਮਾਜਿਕ ਰੁਤਬਾ ਘਟਦਾ ਗਿਆ। ਪਰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਧਾਰਨ ਕਰਨ ਦਾ ਨਿਸ਼ਚਾ ਦ੍ਰਿੜ ਹੋ ਚੁੱਕਾ ਸੀ। ਇਸ ਕਰਕੇ ਇਸਨੇ ਇਸ ਸਭ ਨੂੰ ਗੁਰੂ ਸਾਹਿਬ ਵੱਲੋਂ ਪਾਇਆ ਇਮਤਿਹਾਨ ਸਮਝ ਕੇ ਮਨ ਮਜ਼ਬੂਤ ਕਰ ਲਿਆ ਸੀ। ਇਸੇ ਲਗਨ ਵਿੱਚ ਇੱਕ ਦਿਨ ਅੰਮ੍ਰਿਤਸਰ ਪੁੱਜ ਕੇ ਗੁਰੂ ਸਾਹਿਬ ਕੋਲ ਹਾਜ਼ਰ ਹੋਏ ਤੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਮੇਰਾ ਪਹਿਲਾ ਕੰਮ ਸਖੀ ਸਰਵਰਾਂ ਦਾ ਪ੍ਰਚਾਰ ਕਰਨਾ ਸੀ। ਹੁਣ ਮੈਂ ਸਿੱਖੀ ਪ੍ਰਚਾਰ ਲਈ ਸੇਵਾ ਕਰਨਾ ਚਾਹੁੰਦਾ ਹਾਂ। ਭਾਵੇਂ ਮੈਂ ਧਰਮ ਦੀ ਕਿਰਤ ਲਈ ਹਲ ਵਾਹੇ, ਪਰ ਨਾ ਤਜਰਬੇਕਾਰੀ ਦੇ ਕਾਰਨ ਸਫਲ ਨਹੀਂ ਹੋ ਸਕਿਆ। ਮੈਂ ਚਾਹੁੰਦਾ ਹਾਂ ਕਿ ਆਪ ਜੀ ਦੇ ਕੋਲ ਰਹਿ ਕੇ ਗੁਰਮਤਿ ਦਾ ਗੂੜਾ ਗਿਆਨ ਪ੍ਰਾਪਤ ਕਰਾਂ। ਸੋ ਆਪ ਜੀ ਮੈਨੂੰ ਆਗਿਆ ਬਖਸ਼ੋ ਕਿ ਮੈਂ ਆਪ ਜੀ ਦੇ ਪਾਸ ਹੀ ਰਹਾਂ। ਗੁਰੂ ਸਾਹਿਬ ਨੇ ਸਮਝਾਇਆ ਕਿ ਗਿਆਨ ਦੀ ਪ੍ਰਾਪਤੀ ਦੇ ਨਾਲ ਨਾਲ ਸਰੀਰਕ ਸੁਡੌਲਤਾ ਅਤੇ ਕਿਰਤ ਵੀ ਜ਼ਰੂਰੀ ਹੈ। ਇਸ ਲਈ ਤੂੰ ਲੰਗਰ ਵਾਸਤੇ ਜੰਗਲ ਤੋਂ ਲੱਕੜਾਂ ਲਿਆਉਣ ਦੀ ਸੇਵਾ ਸੰਭਾਲ। ਹੁਣ ਭਾਈ ਮੰਝ ਸਵੇਰੇ ਸ਼ਾਮ ਸਤ ਸੰਗਤ ਕਰਦੇ, ਬਾਣੀ ਕੰਠ ਕਰਦੇ ਤੇ ਦਿਨੇ ਜੰਗਲ ਵਿੱਚੋਂ ਲੰਗਰ ਲਈ ਲੱਕੜਾਂ ਲੈਣ ਜਾਂਦੇ। ਇੱਕ ਦਿਨ ਭਾਈ ਮੰਝ ਜੀ ਲੱਕੜਾਂ ਸਿਰ ਤੇ ਰੱਖ ਕੇ ਅੰਮ੍ਰਿਤਸਰ ਵੱਲ ਨੂੰ ਆ ਰਹੇ ਸਨ ਕਿ ਤੇਜ਼ ਝੱਖੜ ਆ ਗਿਆ। ਭਾਈ ਮੰਝ ਜੀ ਲੱਕੜਾਂ ਸਮੇਤ ਇੱਕ ਖੂਹ ਵਿੱਚ ਡਿੱਗ ਪਏ। ਖੂਹ ਬਹੁਤ ਡੂੰਘਾ ਨਹੀਂ ਸੀ ਅਤੇ ਪਾਣੀ ਵੀ ਥੋੜਾ ਹੀ ਸੀ। ਭਾਈ ਮੰਝ ਜੀ ਨੇ ਲੱਕੜਾਂ ਸਿਰ ਉੱਪਰ ਹੀ ਰੱਖੀਆਂ ਤਾਂ ਕਿ ਭਿੱਜ ਨਾ ਜਾਣ। ਖੂਹ ਵਿੱਚ ਖੜੋਤੇ ਆਪ ਗੁਰਬਾਣੀ ਦਾ ਪਾਠ ਉੱਚੀ ਉੱਚੀ ਕਰਨ ਲੱਗੇ। ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਸਮੇਤ ਸ਼ਿਕਾਰ ਖੇਡਣ ਜੰਗਲ ਵਿੱਚ ਆਏ ਹੋਏ ਸਨ ਕਿ ਉਧਰੋਂ ਲੰਘਦੇ ਹੋਏ ਇੱਕ ਆਵਾਜ਼ ਸੁਣੀ ਤਾਂ ਗੁਰੂ ਸਾਹਿਬ ਖੂਹ ਦੇ ਨੇੜੇ ਆ ਕੇ ਰੁਕ ਗਏ ਤੇ ਪੁੱਛਿਆ, ਤੁਸੀਂ ਕੌਣ ਹੋ? ਭਾਈ ਮੰਝ ਜੀ ਨੇ ਗੁਰੂ ਸਾਹਿਬ ਦੀ ਆਵਾਜ਼ ਪਹਿਚਾਣ ਲਈ ਅਤੇ ਕਿਹਾ, ਪਾਤਸ਼ਾਹ ਜੀਓ, ਮੈਂ ਤੁਹਾਡਾ ਹੀ ਨਿਮਾਣਾ ਸੇਵਕ ਭਾਈ ਤੀਰਥਾ ਹਾਂ। ਗੁਰੂ ਸਾਹਿਬ ਜੀ ਨੇ ਇਹ ਸੁਣਦਿਆਂ ਹੀ ਸਿੱਖਾਂ ਨੂੰ ਰੱਸੇ ਲਿਆਉਣ ਲਈ ਭੇਜਿਆ। ਗੁਰੂ ਜੀ ਨੇ ਰੱਸਾ ਲਮਕਾ ਕੇ ਆਵਾਜ਼ ਦਿੱਤੀ, ਭਾਈ ਮੰਝ ਰੱਸਾ ਫੜ ਕੇ ਬਾਹਰ ਆ ਜਾਓ। ਭਾਈ ਮੰਝ ਜੀ ਨੇ ਉੱਤਰ ਦਿੱਤਾ ਕਿ ਲੰਗਰ ਵਾਸਤੇ ਲਿਆਂਦੀਆਂ ਹੋਈਆਂ ਲੱਕੜਾਂ ਗਿੱਲੀਆਂ ਨਾ ਹੋ ਜਾਣ, ਇਸ ਕਰਕੇ ਪਹਿਲਾਂ ਲੱਕੜਾਂ ਬਾਹਰ ਕੱਢੋ। ਗੁਰੂ ਸਾਹਿਬ ਜੀ ਉਸਦੇ ਸਿਦਕ ਨੂੰ ਵੇਖ ਕੇ ਬਹੁਤ ਖੁਸ਼ ਹੋਏ ਅਤੇ ਪਹਿਲਾਂ ਲੱਕੜਾਂ ਕਢਵਾਉਣ ਵਾਸਤੇ ਕਿਹਾ। ਉਸ ਤੋਂ ਉਪਰੰਤ ਭਾਈ ਮੰਝ ਜੀ ਨੂੰ ਰੱਸੇ ਦੇ ਸਹਾਰੇ ਨਾਲ ਬਾਹਰ ਕੱਢਿਆ ਗਿਆ। ਗੁਰੂ ਜੀ ਨੇ ਭਾਈ ਮੰਝ ਜੀ ਨੂੰ ਕਿਹਾ, ਤੁਸੀਂ ਸਿੱਖੀ ਦੇ ਇਮਤਿਹਾਨ ਵਿੱਚੋਂ ਪਾਸ ਹੋ। ਭਾਈ ਮੰਝ ਜੀ ਗੁਰੂ ਬਖਸ਼ਿਸ਼ ਨਾਲ ਧੰਨ ਧੰਨ ਹੋ ਉੱਠੇ ਤੇ ਸ਼ੁਕਰਾਨੇ ਵਜੋਂ ਗੁਰੂ ਜੀ ਪਾਸੋਂ ਮੰਗ ਕੀਤੀ ਕਿ ਮੈਨੂੰ ਸਿੱਖੀ ਤੋਂ ਡੋਲਣ ਨਾ ਦੇਣਾ ਤੇ ਆਪ ਜੀ ਦੀ ਸਿੱਖੀ ਸਦਾ ਹੀ ਮੇਰੇ ਨਾਲ ਨਿਭੇ। ਗੁਰੂ ਸਾਹਿਬ ਜੀ ਨੇ ਖੁਸ਼ੀ ਅਤੇ ਪਿਆਰ ਵਿੱਚ ਆ ਕੇ ਭਾਈ ਮੰਝ ਜੀ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਬਚਨ ਕੀਤਾ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਣ ਹਾਰਾ। ਹਾਲਾਂਕਿ ਭੱਟਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਵਈਆ ਅੰਕਿਤ ਹੈ, ਜਿਸ ਵਿੱਚ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਕਿਹਾ ਹੈ ਕਿ ਕਲਯੁਗ ਜਹਾਜ਼ ਅਰਜਨ ਗੁਰੂ, ਪਰ ਆਪ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਜੀ ਨੂੰ ਗੁਰੂ ਕਾ ਬੋਹਿਥਾ ਕਹਿ ਕੇ ਸਤਕਾਰਿਆ ਹੈ। ਬੋਹਿਥਾ ਦਾ ਇੱਥੇ ਮਤਲਬ ਹੈ ਜਹਾਜ਼। ਸੱਚਾ ਸੇਵਕ ਆਪਣੇ ਗੁਰੂ ਦੇ ਹਰ ਹੁਕਮ ਨੂੰ ਸੱਤ-ਸੱਤ ਕਰਕੇ ਮੰਨਦਾ ਹੈ ਅਤੇ ਉਹਨਾਂ ਤੋਂ ਬਿਨਾਂ ਕਿਸੇ ਨਾ ਨੁਕਰ ਤੋਂ ਅਮਲ ਕਰਦਾ ਹੈ। ਇਸ ਕਰਕੇ ਜੋ ਭਾਈ ਮੰਝ ਵਰਗੀ ਸੇਵਾ ਸਿਦਕ ਰੱਖੇਗਾ ਅਤੇ ਗੁਰੂ ਉਪਦੇਸ਼ਾਂ ਨੂੰ ਕਮਾਏਗਾ, ਉਸ ਦੀ ਹਉਮੈ ਤੋਂ ਨਿਵਰਤੀ ਹੋ ਜਾਏਗੀ ਅਤੇ ਇਸ ਭਵ ਸਾਗਰ ਤੋਂ ਪਾਰ ਹੋ ਜਾਏਗਾ ਅਤੇ ਹੋਰਨਾਂ ਕਈ ਮਨੁੱਖਾਂ ਨੂੰ ਪਾਰ ਕਰਨ ਵਿੱਚ ਸਮਰੱਥ ਹੋਏਗਾ, ਕਿਉਂਕਿ ਮਨੁੱਖ ਦੀ ਹਉਮੈ ਹੀ ਉਸ ਨੂੰ ਇਸ ਭਵ ਸਾਗਰ ਤੋਂ ਪਾਰ ਨਹੀਂ ਲੰਘਣ ਦਿੰਦੀ। ਇਸ ਉਪਰੰਤ ਗੁਰੂ ਸਾਹਿਬ ਜੀ ਨੇ ਭਾਈ ਮੰਝ ਦੀ ਸਿਖਲਾਈ ਪੂਰੀ ਹੋਣ ਤੇ ਅਤੇ ਇਮਤਿਹਾਨ ਤੋਂ ਪਾਸ ਹੋਣ ਕਰਕੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਪ੍ਰਮਾਣਿਕ ਪ੍ਰਚਾਰਕ ਦੇ ਤੌਰ ਤੇ ਪਿੰਡ ਕੰਗਮਾਈ ਹੁਸ਼ਿਆਰਪੁਰ ਵਾਪਸ ਭੇਜ ਦਿੱਤਾ। ਭਾਈ ਮੰਝ ਜੀ ਨੇ ਆਪਣੇ ਘਰ ਧਰਮਸ਼ਾਲਾ ਬਣਾ ਕੇ ਸੰਗਤ ਕਾਇਮ ਕੀਤੀ ਅਤੇ ਲੰਗਰ ਚਲਾਇਆ। ਉਹ ਸਿੱਖੀ ਦੇ ਪ੍ਰਚਾਰ ਹਿੱਤ
ਸਾਰੇ ਇਲਾਕੇ ਵਿੱਚ ਬਹੁ ਗਿਣਤੀ ਵਿੱਚ ਸੰਗਤਾਂ ਨੂੰ ਨਾਲ ਲੈ ਕੇ ਵੀ ਨਿਕਲਿਆ ਕਰਦੇ ਸਨ। ਗੁਰੂ ਅਰਜਨ ਦੇਵ ਜੀ ਜਦ 1596 ਈਸਵੀ ਨੂੰ ਦੁਆਬੇ ਵੱਲ ਪ੍ਰਚਾਰ ਕਰਨ ਲਈ ਗਏ ਤਾਂ ਭਾਈ ਮੰਝ ਜੀ ਦੇ ਪਿੰਡ ਕੰਗਮਾਈ ਉਚੇਚੇ ਤੌਰ ਤੇ ਪੁੱਜੇ ਅਤੇ ਭਾਈ ਮੰਝ ਜੀ ਦੇ ਗੁਰਮਤਿ ਪ੍ਰਚਾਰ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਅੱਜ ਵੀ ਉਸ ਸਥਾਨ ਤੇ ਬਹੁਤ ਮਨੋਹਰ ਗੁਰਦੁਆਰਾ ਬਣਿਆ ਹੋਇਆ ਹੈ, ਜਿੱਥੇ ਹਰ ਸੰਗਰਾਂਦ ਨੂੰ ਬਹੁਤ ਭਾਰੀ ਦੀਵਾਨ ਸਜਦੇ ਹਨ ਅਤੇ ਅੰਮ੍ਰਿਤਸਰ ਤੋਂ ਤਰਨਤਾਰਨ ਵੱਲ ਨੂੰ ਜਾਂਦਿਆਂ ਚਾਟੀਵਿੰਡ ਗੇਟ ਤੇ ਭਾਈ ਮੰਝ ਜੀ ਦੇ ਨਾਮ ਤੇ ਉਹਨਾਂ ਦੀ ਯਾਦ ਵਿੱਚ ਜਿਸ ਸਥਾਨ ਤੇ ਲੱਕੜਾਂ ਸਮੇਤ ਖੂਹ ਵਿੱਚ ਡਿੱਗੇ ਸੀ, ਇੱਕ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਉਹ ਖੂਹ ਅੱਜ ਵੀ ਉਸੇ ਤਰ੍ਹਾਂ ਹੀ ਸੰਗਤਾਂ ਦੇ ਦਰਸ਼ਨਾਂ ਲਈ ਮੌਜੂਦ ਹੈ। ਇਸ ਤਰ੍ਹਾਂ ਭਾਈ ਮੰਝ ਜੀ ਨੇ ਸਾਰਾ ਜੀਵਨ ਸੇਵਾ ਕਰਦਿਆਂ, ਗੁਰਮਤਿ ਪ੍ਰਚਾਰ ਕਰਦਿਆਂ ਅਤੇ ਸਿੱਖੀ ਜੀਵਨ ਜਿਉਂਦਿਆਂ ਬਤੀਤ ਕੀਤਾ। ਸੋ ਭਾਈ ਮੰਝ ਜੀ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਇੱਕੋ ਅਕਾਲ ਪੁਰਖ ਦਾ ਨਾਮ ਜਪਣਾ, ਉਸ ਤੇ ਦ੍ਰਿੜ ਨਿਸ਼ਚਾ ਕਰਨਾ, ਗੁਰੂ ਹੁਕਮ ਅਨੁਸਾਰ ਸੇਵਾ ਕਰਨਾ, ਵੰਡ ਛਕਣਾ ਸਿੱਖੀ ਜੀਵਨ ਨੂੰ ਪਰਪੱਕ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।